हेलो गाइस। हाँ जी बेटा, आर सेकंड वीडियो हिस्ट्री चैप्टर 3 नाजिज्म एंड द राइज ऑफ हिटलर। सो वी वर डिस्कसिंग अबाउट द जर्मनी। यू नो बेटा, इन द 20th सेंचुरी जर्मनी वॉज अ पावरफुल एम्पायर। स्टार्टिंग ਦੇ ਵਿੱਚ ਇਹ ਬਹੁਤ ਪਾਵਰਫੁਲ ਸੀ। ਤਾਂ ਫਸਟ ਵਰਲਡ ਵਾਰ ਦੇ ਦੌਰਾਨ ਪਹਿਲਾਂ ਹੀ ਮੈਂ ਤੁਹਾਨੂੰ ਇੰਟਰੋ ਦੇ ਵਿੱਚ ਦੱਸ ਚੁੱਕੀ ਹਾਂ, ਜਿਹੜੀ ਕਿ 1914 ਟੂ 1918 ਤੱਕ ਚੱਲੀ ਸੀ। ਤਾਂ ਜਰਮਨੀ ਨੇ ਵੀ ਇਹ ਵਾਰ ਲੜੀ ਸੀ, ਜਿਹਦੇ ਨਾਲ ਆਸਟਰੀਆ ਐਮਪਾਇਰ ਵੀ ਇਸ ਦੇ ਨਾਲ ਸੀ, ਔਰ ਦੂਸਰੇ ਪਾਸੇ ਐਲੀਜ਼ ਪਾਰ ਸੀ ਇੰਗਲੈਂਡ, ਫਰਾਂਸ ਐਂਡ ਰਸ਼ੀਆ। ਠੀਕ ਹੈ, ਤਾਂ ਇਸ ਦੇ ਵਿੱਚ ਰਾਜੇ ਸ਼ੁਰੂ ਦੇ ਵਿੱਚ ਕੀ ਸੀ, ਜਰਮਨੀ ਨੇ ਸਟਾਰਟਿੰਗ ਦੇ ਵਿੱਚ ਫਰਾਂਸ, ਬੈਲਜੀਅਮ ਨੂੰ ਆਕਿਊਪਾਈ ਕਰ ਲਿਆ ਸੀ, ਉਸ ਦੇ ਉੱਪਰ ਆਪਣਾ ਅਧਿਕਾਰ ਕਰ ਲਿਆ ਸੀ। ਲੇਕਿਨ ਆਫਟਰ ਦੈਟ ਹੌਲੀ ਹੌਲੀ 1917 ਦੇ ਵਿੱਚ ਕੀ ਹੋਇਆ, ਐਲੀਜ਼ ਦੇ ਨਾਲ US ਵੀ ਐਂਟਰੀ ਕਰ ਗਿਆ ਸੀ। ਵਰਲਡ ਵਾਰ ਦੇ ਵਿੱਚ US ਵੀ ਨਾਲ ਜਿਹੜਾ ਹੈਗਾ ਸ਼ਾਮਿਲ ਹੋ ਗਿਆ ਸੀ ਐਲੀਜ਼ ਪਾਰ ਦੀ ਸਪੋਰਟ ਦੇ ਵਿੱਚ। ਤਾਂ ਇਸ ਚੀਜ਼ ਦੇ ਨਾਲ ਇਹਨਾਂ ਦੀ ਪਾਵਰ ਜਿਹੜੀ ਹੈ ਬਹੁਤ ਜ਼ਿਆਦਾ ਵੱਧ ਗਈ ਸੀ, ਜਿਹਦੇ ਵਿੱਚ ਜਿਸ ਦੇ ਕਰਕੇ 1918 ਦੇ ਵਿੱਚ ਜਰਮਨੀ ਹਾਰ ਗਿਆ ਸੀ। ਸੈਂਟਰਲ ਪਾਵਰਸ ਹਾਰ ਗਈਆਂ ਸੀ ਨਵੰਬਰ 1918 ਦੇ ਵਿੱਚ, ਜਿੱਥੋਂ ਜਿਹੜੀ ਫਸਟ ਵਰਲਡ ਵਾਰ ਦਾ ਐਂਡ ਮੰਨਿਆ ਜਾਂਦਾ ਹੈ। ਲੇਕਿਨ ਇਸ ਵਰਲਡ ਵਾਰ ਦਾ ਜਿਹੜਾ ਅਸਰ ਹੈ ਉਹ ਬਹੁਤ ਜ਼ਿਆਦਾ ਪਿਆ ਸੀ ਪੂਰੇ ਵਰਲਡ ਦੇ ਉੱਪਰ। ਦ ਡਿਫੀਟ ਆਫ ਇੰਪੀਰੀਅਲ ਜਰਮਨੀ ਐਂਡ ਦ ਐਬਡੀਕੇਸ਼ਨ ਆਫ ਦ ਐਮਪਰਰ ਗੇਵ ਐਨ ਅਪਰਚੁਨਿਟੀ ਟੂ ਪਾਰਲੀਮੈਂਟਰੀ ਪਾਰਟੀਜ਼ ਟੂ ਰੀਕਾਸਟ ਜਰਮਨ ਪੋਲਿਟੀ। ਤਾਂ ਜਰਮਨੀ ਦੇ ਹਾਰ ਜਾਣ ਨਾਲ ਕੀ ਹੋਇਆ ਰਾਜੇ, ਕਿਉਂਕਿ ਜਿਹੜਾ ਇੰਪੀਰੀਅਲ ਜਰਮਨੀ ਸੀ ਉਸ ਨੂੰ ਹਰਾ ਦਿੱਤਾ ਗਿਆ ਸੀ। ਤਾਂ ਹੁਣ ਉੱਥੇ ਜਿਹੜੇ ਹੋਰ ਲੋਕ ਸੀ, ਜਿਹੜੇ ਪਹਿਲਾਂ ਹੀ ਕੁਝ ਚਾਹੁੰਦੇ ਸੀ ਕਿ ਜਿਹੜੇ ਜਰਮਨੀ ਦਾ ਜਿਹੜਾ ਸਿਸਟਮ ਹੈ ਉਹ ਡੈਮੋਕ੍ਰੇਟਿਕ ਹੋਣਾ ਚਾਹੀਦਾ, ਕੁਝ ਅਲੱਗ ਦਾ ਸਿਸਟਮ ਚਾਹੁੰਦੇ ਸੀ, ਉਹਨਾਂ ਲੋਕਾਂ ਨੂੰ ਇੱਕ ਅਪਰਚੁਨਿਟੀ ਮਿਲ ਗਈ। ਕਿਉਂਕਿ ਜਿਹੜੇ ਪਹਿਲਾਂ ਵਾਲੇ ਜਿਹੜੇ ਇਸ ਦੇ ਮਤਲਬ ਜੋ ਵੀ ਕਹਿ ਸਕਦੇ ਰੂਲਰ ਸੀ ਉਹ ਹਾਰ ਗਏ ਸੀ, ਔਰ ਉਹਨਾਂ ਦੇ ਹਾਰਨ ਤੋਂ ਬਾਅਦ ਜਿਹੜੇ ਹੁਣ ਆਪੋਜੀਸ਼ਨ ਵਾਲੇ ਸੀ ਉਹਨਾਂ ਨੂੰ ਇੱਕ ਅਪਰਚੁਨਿਟੀ ਮਿਲ ਗਈ ਸੀ, ਤਾਂ ਕਿ ਉਹ ਜਰਮਨੀ ਦੀ ਜਿਹੜੀ ਪੋਲੀਟਿਕਸ ਹੈ ਉਸ ਨੂੰ ਰੀਕਾਸਟ ਕਰ ਸਕਣ, ਉਸ ਨੂੰ ਨਵੇਂ ਸਿਰੇ ਤੋਂ ਆਪਣੇ ਅਕੋਰਡਿੰਗਲੀ ਚਲਾ ਸਕਣ। ਤਾਂ ਇਸ ਦੇ ਕਰਕੇ ਨੈਸ਼ਨਲ ਅਸੈਂਬਲੀ ਮੈਟ ਐਟ ਵੇਮਰ ਐਂਡ ਐਸਟੈਬਲਿਸ਼ਡ ਅ ਡੈਮੋਕ੍ਰੇਟਿਕ ਕਨਸਟੀਟਿਊਸ਼ਨ ਵਿਦ ਅ ਫੈਡਰਲ ਸਟਰਕਚਰ। ਤਾਂ ਵੇਮਾਰ ਦੀ ਜਗ੍ਹਾ ਦੇ ਉੱਪਰ ਇੱਕ ਨੈਸ਼ਨਲ ਅਸੈਂਬਲੀ ਜਿਹੜੀ ਬਣ ਗਈ ਸੀ, ਜਿਨ੍ਹਾਂ ਨੇ ਅਸੈਂਬਲੀ ਕੀਤੀ ਗਈ ਸੀ, ਮਤਲਬ ਕੁਛ ਲੋਕਾਂ ਦਾ ਜਿਹੜਾ ਗਰੁੱਪ ਸੀ ਉਹਨਾਂ ਨੇ ਡੈਮੋਕ੍ਰੇਟਿਕ ਕਨਸਟੀਟਿਊਸ਼ਨ ਨਵਾਂ ਬਣਾ ਲਿਆ ਸੀ, ਜਿਹਦੇ ਵਿੱਚ ਉਹਨਾਂ ਨੇ ਫੈਡਰਲ ਸਟਰਕਚਰ ਨੂੰ ਇੰਪੋਰਟੈਂਸ ਦਿੱਤੀ ਸੀ। ਜਿਹੜਾ ਪਹਿਲਾਂ ਵਾਲਾ ਐਬਸੋਲਿਊਟਿਸਟ ਜਿਹੜਾ ਸਿਸਟਮ ਸੀ, ਜਿਹਦੇ ਵਿੱਚ ਸਾਰੇ ਦੀ ਸਾਰੀ ਪਾਵਰ ਤੁਹਾਨੂੰ ਪਤਾ ਹਿਟਲਰ ਦੇ ਹੱਥਾਂ ਵਿੱਚ ਸੀ, ਤਾਂ ਉਸ ਨੂੰ ਉਹਨਾਂ ਨੇ ਖ਼ਤਮ ਕਰਕੇ ਡੈਮੋਕ੍ਰੇਟਿਕ ਸਿਸਟਮ ਜਿਹੜਾ ਹੈਗਾ ਫੈਡਰਲ ਸਟਰਕਚਰ ਨੂੰ ਅਡੋਪਟ ਕਰ ਲਿਆ ਸੀ। ਠੀਕ ਹੈ, ਡਿਪਟੀਜ਼ ਵਰ ਇਲੈਕਟਡ ਟੂ ਦ ਜਰਮਨ ਪਾਰਲੀਮੈਂਟ ਔਰ ਰੀਸਟੈਗ on the basis of equal and universal votes cast by all adults including women। ਤਾਂ ਪਹਿਲਾਂ ਜਿਹੜੇ ਲੋਕਾਂ ਨੂੰ ਵੋਟ ਦਾ ਰਾਈਟ ਨਹੀਂ ਸੀ, ਤਾਂ ਹੁਣ ਉੱਥੇ ਯੂਨੀਵਰਸਲ ਜਿਹੜਾ ਹੈਗਾ ਸਿਸਟਮ ਚਲਾ ਦਿੱਤਾ ਗਿਆ ਸੀ, ਜਿਹਦੇ ਵਿੱਚ ਵੋਟ ਮਤਲਬ ਦੇਣ ਦਾ ਅਧਿਕਾਰ ਸਾਰੇ ਲੋਕਾਂ ਨੂੰ ਹੈ। ਈਵਨ ਵਿਮੈਨ ਨੂੰ ਵੀ ਉਹ ਅਧਿਕਾਰ ਦੇ ਦਿੱਤਾ ਗਿਆ ਸੀ, ਜਿਹੜੇ ਵੀ ਲੋਕ ਅਡਲਟ ਸੀ ਉਹਨਾਂ ਨੂੰ ਵੀ ਵੋਟ ਦਾ ਰਾਈਟ ਜਿਹੜਾ ਹੈਗਾ ਮਿਲ ਗਿਆ ਸੀ। ਠੀਕ ਹੈ, ਜਰਮਨ ਪਾਰਲੀਮੈਂਟ ਜਿਹੜੀ ਹੈ ਉਹ ਇਲੈਕਟ ਕਰ ਲਈ ਗਈ ਸੀ, ਜਿਹਦੇ ਡਿਪਟੀਜ਼ ਨੂੰ ਆਪਾਂ ਕਹਿੰਦੇ ਹਾਂ ਲੀਡਰ ਜਿਹੜੇ ਉਸਦੇ ਇਲੈਕਟ ਕਰ ਲਏ ਸੀ। ਇਲੈਕਟ ਦਾ ਮਤਲਬ ਹੈ ਕਿ ਵੋਟਿੰਗ ਸਿਸਟਮ ਦੇ ਨਾਲ ਉਹਨਾਂ ਨੂੰ ਲੋਕਾਂ ਦੁਆਰਾ ਚੁਣਿਆ ਜਾਣਾ। ਠੀਕ ਹੈ, ਇੱਦਾਂ ਦਾ ਸਿਸਟਮ ਜਿਹੜਾ ਪਹਿਲਾਂ ਵਾਲਾ ਸਿਸਟਮ ਨੂੰ ਚੇਂਜ ਕਰ ਦਿੱਤਾ ਗਿਆ ਸੀ, ਨਵਾਂ ਜਿਹੜਾ ਸਿਸਟਮ ਹੈ ਉਸ ਨੂੰ ਅਡੋਪਟ ਕਰ ਲਿਆ ਗਿਆ ਸੀ। ਆਊਟਕਮ ਆਫ ਦਾ ਡਿਫੀਟ ਦ ਪੈਰਿਸ ਟ੍ਰੀਟੀ ਆਫ ਵਰਸੇਲਸ। ਤਾਂ ਇਸ ਦੇ ਨਾਲ ਕੀ ਹੋਇਆ ਰਾਜੇ, ਟ੍ਰੀਟੀ ਆਫ ਵਰਸੇਲਸ ਬਾਰੇ ਆਪਾਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ। ਤਾਂ ਜਰਮਨੀ ਦੀ ਡਿਫੀਟ ਦਾ ਸਭ ਤੋਂ ਵੱਡਾ ਸਿੱਟਾ ਇਹ ਸੀ ਟ੍ਰੀਟੀ ਆਫ ਵਰਸੇਲਸ। ਟ੍ਰੀਟੀ ਆਫ ਵਰਸੇਲਸ ਅਸਲ ਦੇ ਵਿੱਚ ਕੀ ਸੀ, ਜਿਹਦੇ ਵਿੱਚ ਜਰਮਨੀ ਨੂੰ ਫੋਰਸ ਕੀਤਾ ਗਿਆ ਸੀ ਉਸ ਦੇ ਉੱਪਰ ਸਾਈਨ ਕਰਨ ਦੇ ਲਈ। ਠੀਕ ਹੈ, ਇਹ ਜਿਹੜੀ ਟ੍ਰੀਟੀ ਸੀ ਇਹ ਐਲੀਜ਼ ਪਾਰ ਦੇ ਪਾਵਰਸ ਦੇ ਮਤਲਬ ਹੱਕ ਵਿੱਚ ਸੀ, ਔਰ ਕਿਉਂਕਿ ਜਰਮਨੀ ਪਹਿਲਾਂ ਹੀ ਹਾਰ ਚੁੱਕਿਆ ਸੀ, ਹੁਣ ਹਾਰਿਆ ਹੋਇਆ ਕੋਈ ਵੀ ਬੰਦਾ ਦੂਸਰੇ ਦੇ ਅੱਗੇ ਆਪਣਾ ਸਿਰ ਨਹੀਂ ਚੁੱਕ ਸਕਦਾ, ਉਹਨਾਂ ਨੂੰ ਨਾ ਨਹੀਂ ਕਰ ਸਕਦਾ, ਹੈ ਨਾ। ਤਾਂ ਇਸ ਕਰਕੇ ਜਰਮਨੀ ਨੇ ਇਸ ਟ੍ਰੀਟੀ ਦੇ ਵਜੋਂ ਜੋ ਇਸਦਾ ਕਲੋਨੀਜ਼ ਦੇ ਉੱਪਰ ਓਵਰਸੀਜ਼ ਮਤਲਬ ਜਿਹੜੇ ਉਸਦੇ ਕੰਟਰੀ ਤੋਂ ਬਾਹਰ ਕਲੋਨੀਜ਼ ਦਾ ਸਿਸਟਮ ਚੱਲ ਰਿਹਾ ਸੀ। ਕਲੋਨੀਜ਼ ਦਾ ਮਤਲਬ ਤੁਸੀਂ ਸਮਝਦੇ ਹੋ ਉਹੀ ਟਾਈਮ ਹੈ ਜਦੋਂ ਸਾਡੇ ਕੰਟਰੀ ਦੇ ਉੱਪਰ ਵੀ ਬ੍ਰਿਟਿਸ਼ ਦਾ ਅਧਿਕਾਰ ਸੀ, ਸਾਡਾ ਕੰਟਰੀ ਵੀ ਬ੍ਰਿਟਿਸ਼ ਦੀ ਕਲੋਨੀ ਬਣਿਆ ਹੋਇਆ ਸੀ। ਤਾਂ ਇਹ ਕਲੋਨੀਵਾਦ ਉਦੋਂ ਚੱਲ ਰਿਹਾ ਸੀ। ਤਾਂ ਜਰਮਨੀ ਨੇ ਵੀ ਕਾਫੀ ਸਾਰੇ
ਆਸ-ਪਾਸ ਦੇ ਜਿਹੜੇ ਕੰਟਰੀਜ਼ ਨੇ ਉਹਨਾਂ ਨੂੰ ਆਪਣੀ ਕਲੋਨੀਜ਼ ਬਣਾਇਆ ਹੋਇਆ ਸੀ। ਤਾਂ ਜਰਮਨੀ ਦੇ ਹਾਰ ਜਾਣ ਨਾਲ ਇਹ ਜਿਹੜੀਆਂ ਵੀ ਕਲੋਨੀਜ਼ ਜਰਮਨੀ ਦੇ ਅੰਡਰ ਕੰਟਰੋਲ ਸੀ ਉਹਨਾਂ ਸਾਰੀਆਂ ਨੂੰ ਇਸਨੇ ਲੋਸਟ ਕਰ ਦਿੱਤਾ, ਉਹ ਸਾਰੀਆਂ ਇਸ ਦੇ ਹੱਥੋਂ ਚਲੀਆਂ ਗਈਆਂ। ਠੀਕ ਹੈ। ਅ 10th ਆਫ ਇਟਸ ਪਾਪੂਲੇਸ਼ਨ, 13th ਆਫ ਇਟਸ ਟੈਰੀਟਰੀਜ਼, 75% ਆਫ ਇਟਸ ਆਇਰਨ ਐਂਡ 26% ਆਫ ਇਟਸ ਕੋਲ ਟੂ ਫਰਾਂਸ, ਪੋਲੈਂਡ, ਡੈਨਮਾਰਕ ਐਂਡ ਲਿਥੁਆਨੀਆ। ਤਾਂ ਇਹ ਸਾਰੇ ਜਿਹੜੇ ਵੀ ਕੰਟਰੀਜ਼ ਦੇ ਉੱਪਰ ਇਸਨੇ ਅਧਿਕਾਰ ਕੀਤਾ ਹੋਇਆ ਸੀ ਸਾਰੇ ਕੰਟਰੀਜ਼ ਇਸ ਦੇ ਹੱਥੋਂ ਚਲੇ ਗਏ। ਬਹੁਤ ਜ਼ਿਆਦਾ ਇਸ ਦੀ ਪਾਪੂਲੇਸ਼ਨ ਵੀ ਇਸ ਦੇ ਹੱਥੋਂ ਚਲੀ ਗਈ। ਔਰ ਜਿਹੜੀਆਂ ਇਸ ਦੀਆਂ ਕੋਲ ਆਇਰਨ ਵਗੈਰਾ ਦੀਆਂ ਕੋਈ ਜਿਹੜਾ ਏਰੀਆ ਸੀ ਜਿੱਥੋਂ ਇਸ ਤਰ੍ਹਾਂ ਦੇ ਮਿਨਰਲਸ ਵਗੈਰਾ ਨਿਕਲਦੇ ਸੀ ਉਹ ਸਾਰਾ ਉਸ ਦਾ ਕਾਫੀ ਵੱਡਾ ਜਿਹੜਾ ਹਿੱਸਾ ਸੀ ਉਹ ਸਾਰਾ ਇਸ ਦੇ ਹੱਥੋਂ ਚਲਿਆ ਗਿਆ। ਠੀਕ ਹੈ। ਕਿਉਂਕਿ ਸਾਰੇ ਦੇ ਸਾਰੇ ਲੋਕ ਇਸ ਨੂੰ ਮਤਲਬ ਜਿਹੜੀ ਵਾਰ ਸੀ ਉਸ ਦਾ ਸਭ ਤੋਂ ਵੱਡਾ ਜ਼ਿੰਮੇਵਾਰ ਜਰਮਨੀ ਨੂੰ ਠਹਿਰਾਇਆ ਗਿਆ ਸੀ। ਠੀਕ ਹੈ। ਤਾਂ ਕਿ ਇੱਕ ਤਾਂ ਇਹ ਪਹਿਲਾਂ ਹੀ ਹਾਰ ਗਿਆ ਸੀ ਔਰ ਤੁਹਾਨੂੰ ਪਤਾ ਜਿਹੜੀ ਫਸਟ ਵਰਲਡ ਵਾਰ ਹੈ ਬਹੁਤ ਲੰਬੀ ਚੱਲੀ ਸੀ। ਤਾਂ ਇਸ ਦੇ ਕਰਕੇ ਪਹਿਲਾਂ ਹੀ ਲੜਾਈ ਦੇ ਵਿੱਚ ਵੀ ਬਹੁਤ ਜ਼ਿਆਦਾ ਜਿਹੜਾ ਹੈਗਾ ਤੁਹਾਨੂੰ ਪਤਾ ਪੈਸਾ ਖਰਚ ਹੋ ਚੁੱਕਿਆ ਸੀ ਜਰਮਨੀ ਦਾ ਵੀ ਔਰ ਬਾਕੀ ਕੰਟਰੀਜ਼ ਦਾ ਵੀ। ਔਰ ਉੱਪਰੋਂ ਹੁਣ ਜਿਹੜਾ ਜਰਮਨੀ ਬਹੁਤ ਪਾਵਰਫੁਲ ਸੀ ਹੁਣ ਅੰਦਰੋਂ ਕੀ ਹੋ ਗਿਆ ਸੀ ਇੱਕ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਖੋਖਲਾ ਹੋ ਚੁੱਕਿਆ ਸੀ। ਔਰ ਉੱਪਰੋਂ ਇਹ ਜਿਹੜੇ ਮਤਲਬ ਐਲੀਸ ਪਾਰਸ ਜਿਹੜੀਆਂ ਸੀ ਉਹ ਜਰਮਨੀ ਨੂੰ ਕਹਿ ਰਹੇ ਸੀ ਕਿ ਜੋ ਵੀ ਪਹਿਲਾਂ ਜੋ ਮਤਲਬ ਘਾਟਾ ਪਿਆ ਜੋ ਵੀ ਜਿਸ ਦਾ ਨੁਕਸਾਨ ਹੋਇਆ ਬਾਕੀ ਕੰਟਰੀਜ਼ ਦਾ ਉਹ ਸਾਰਾ ਜਿਹੜਾ ਉਸ ਦਾ ਖਾਮਿਆਜ਼ਾ ਜਰਮਨੀ ਨੂੰ ਭੁਗਤਣਾ ਪਏਗਾ। ਉਸ ਦਾ ਜਿਹੜਾ ਜਰਮਨੀ ਨੂੰ ਉਹ ਰੀਪੇ ਕਰਨਾ ਪਏਗਾ ਜਿੰਨਾ ਵੀ ਕਿਸ ਦਾ ਨੁਕਸਾਨ ਹੋਇਆ। ਠੀਕ ਹੈ। ਦ ਐਲੀਡ ਪਾਰਸ ਡੀਮਿਲਿਟਰਾਈਜ਼ਡ ਜਰਮਨੀ ਟੂ ਵੀਕਨਸ ਇਟਸ ਪਾਵਰਸ। ਤਾਂ ਐਲੀਡ ਪਾਵਰਸ ਨੇ ਮਤਲਬ ਕਈ ਜਰਮਨੀ ਦੇ ਉੱਪਰੋਂ ਜਿਹੜੀ ਹੈ ਮਿਲਟਰੀ ਵੀ ਹਟਾ ਦਿੱਤੀ ਗਈ ਸੀ। ਕਿਉਂਕਿ ਮਿਲਟਰੀ ਕਾਹਦੇ ਲਈ ਆਪਾਂ ਰੱਖਦੇ ਹਾਂ ਆਪਣੀ ਕੰਟਰੀ ਨੂੰ ਪ੍ਰੋਟੈਕਟ ਕਰਨ ਦੇ ਲਈ ਤਾਂ ਕਿ ਕੋਈ ਬਾਹਰੋਂ ਆ ਕੇ ਉਸ ਦੇ ਉੱਪਰ ਕੋਈ ਮਤਲਬ ਇਨਵੇਡ ਨਾ ਕਰ ਸਕੇ, ਹਮਲਾ ਨਾ ਕਰ ਸਕੇ। ਤਾਂ ਇਸ ਦੇ ਕਰਕੇ ਜਰਮਨੀ ਦੇ ਕੋਲ ਵੀ ਮਿਲਟਰੀ ਸੀ ਲੇਕਿਨ ਹੁਣ ਉਸ ਦੇ ਕੋਲ ਕੋਈ ਪਾਵਰ ਨਹੀਂ ਰਹਿ ਗਈ ਸੀ। ਇਸ ਕਰਕੇ ਐਲੀਡ ਪਾਵਰਸ ਨੇ ਇਸ ਨੂੰ ਡੀਮਿਲਟਰਾਈਜ਼ ਕਰ ਦਿੱਤਾ ਗਿਆ ਸੀ ਤਾਂ ਕਿ ਇਸ ਦੀ ਜਿਹੜੀ ਪਾਵਰ ਹੈ ਹੋਰ ਵੀ ਜ਼ਿਆਦਾ ਕਮਜ਼ੋਰ ਹੋ ਜਾਵੇ, ਵੀਕ ਹੋ ਜਾਵੇ। ਠੀਕ ਹੈ। The war guilt clause held Germany responsible for the war and damages the allied countries suffered। ਤਾਂ ਇਹ ਸਾਰਾ ਜਿਹੜਾ ਮਤਲਬ ਜ਼ਿੰਮੇਵਾਰ ਸੀ ਜਰਮਨੀ ਨੂੰ ਬਣਾ ਦਿੱਤਾ ਗਿਆ ਸੀ। ਵਾਰ ਗਿਲਡ ਕਲੌਜ਼ ਜਿਹੜੇ ਆ ਜਰਮਨੀ ਦੇ ਵਿੱਚ ਬਣਾਏ ਗਏ ਸੀ ਜਿਹੜੇ ਕਿ ਮਤਲਬ ਜਿਹੜੇ ਐਲੀਡ ਕੰਟਰੀ ਸੀ ਜਿਵੇਂ ਕਿ ਤੁਹਾਡੇ ਫਰਾਂਸ ਵਗੈਰਾ, US ਹੈ, ਫਰਾਂਸ ਹੈ ਔਰ ਰਸ਼ੀਆ ਹੈ। ਠੀਕ ਹੈ। ਜਾਂ ਹੋਰ ਵੀ ਕਈ ਸਾਰੇ ਛੋਟੇ ਮੋਟੇ ਕੰਟਰੀਜ਼ ਹੋ ਸਕਦੇ ਇਹਨਾਂ ਦੇ ਨਾਲ। ਤਾਂ ਉਹ ਸਾਰਿਆਂ ਦਾ ਜਿੰਨਾ ਵੀ ਨੁਕਸਾਨ ਹੋਇਆ ਸੀ ਸਾਰੇ ਦਾ ਜ਼ਿੰਮੇਵਾਰ ਜਿਹੜਾ ਹੈਗਾ ਰਿਸਪੌਂਸੀਬਲ ਜਰਮਨੀ ਨੂੰ ਠਹਿਰਾਇਆ ਗਿਆ ਸੀ। ਔਰ ਇਸ ਨੂੰ ਇਹ ਕਿਹਾ ਗਿਆ ਸੀ ਕਿ ਇਹਨਾਂ ਸਾਰਿਆਂ ਦਾ ਨੁਕਸਾਨ ਜਿਹੜਾ ਹੈਗਾ ਜਰਮਨੀ ਨੂੰ ਭਰਨਾ ਪਏਗਾ। ਠੀਕ ਹੈ। ਤਾਂ ਇਸ ਚੀਜ਼ ਦੇ ਨਾਲ ਜਰਮਨੀ ਨੂੰ ਫੋਰਸ ਕੀਤਾ ਗਿਆ, ਜਰਮਨੀ ਨੂੰ ਪੇ ਕਰਨਾ ਪਿਆ ਇਹ ਸਾਰਾ ਕੰਪਨਸੇਸ਼ਨ ਜਿਹੜਾ ਹੈਗਾ ਅਮਾਊਂਟਿੰਗ ਟੂ 6 ਬਿਲੀਅਨ ਫਰੈਂਕਸ। ਜੋ ਵੀ ਉਸਦਾ ਮਤਲਬ ਇੰਨਾ ਜ਼ਿਆਦਾ ਨੁਕਸਾਨ ਸੀ ਜਿਹਦੇ ਇੰਨੇ ਪੈਸੇ ਆਪਾਂ ਕਹਿ ਸਕਦੇ ਹਾਂ ਜਰਮਨੀ ਨੂੰ ਦੇਣੇ ਪੈਣੇ ਸੀ। ਲੇਕਿਨ ਜਰਮਨੀ ਦੇ ਕੋਲ ਹੁਣ ਜਿਹੜਾ ਹੈਗਾ ਇਸ ਤਰ੍ਹਾਂ ਦਾ ਕੋਈ ਵੀ ਪੈਸਾ ਨਹੀਂ ਸੀ ਕਿਉਂਕਿ ਬਹੁਤ ਜ਼ਿਆਦਾ ਨੁਕਸਾਨ ਇਸ ਦਾ ਹੋ ਚੁੱਕਿਆ ਸੀ। ਦ ਐਲੀਡ ਆਰਮੀਜ਼ ਆਲਸੋ ਆਕੂਪਾਈਡ ਦ ਰਿਸੋਰਸ ਰਿਚ ਰਾਈਨੇਲੈਂਡ। ਜਿਹੜੀ ਰਾਈਨੇਲੈਂਡ ਸੀ ਇਸ ਦੀ ਜਿਹੜੀ ਜਿੱਥੇ ਬਹੁਤ ਜ਼ਿਆਦਾ ਰਿਚ ਜਿਹੜੀ ਲੈਂਡ ਮੰਨੀ ਜਾਂਦੀ ਆਪਾਂ ਕਹਿ ਸਕਦੇ ਹਾਂ ਕਿ ਜਰਮਨੀ ਦਾ ਦਿਲ ਜਿਹਨੂੰ ਆਪਾਂ ਕਹਿ ਸਕਦੇ ਹਾਂ ਜਿਹਦੇ ਉੱਪਰ ਉਸ ਦੀ ਪਾਵਰ ਟਿਕੀ ਹੋਈ ਸੀ ਉਹ ਸਾਰਾ ਵੀ ਐਲੀਡ ਪਾਵਰਸ ਨੇ ਐਲੀਡ ਆਰਮੀਜ਼ ਨੇ ਆਪਣੇ ਅਧਿਕਾਰ ਖੇਤਰ ਦੇ ਵਿੱਚ ਲੈ ਲਿਆ ਸੀ। ਮੈਨੀ ਜਰਮਨਸ ਹੈਡ ਦ ਨਿਊ ਵੈਮਾਰ ਰਿਪਬਲਿਕ responsible for not only the defeat in the war but the disgrace at Versailles। ਤਾਂ ਬਹੁਤ ਸਾਰੇ ਜਰਮਨਸ ਨੂੰ ਬਿਮਾਰ ਰਿਪਬਲਿਕ ਦੇ ਲਈ ਵੀ ਰਿਸਪੌਂਸੀਬਲ ਮੰਨਿਆ ਗਿਆ ਸੀ। ਸਿਰਫ ਇਕੱਲਾ ਹਾਰ ਕਰਕੇ ਹੀ ਨਹੀਂ ਉੱਤੋਂ ਇਸ ਨੂੰ ਬਰਸੇਲਸ ਦੀ ਜਿਹੜੀ ਸੰਧੀ ਇਹਨਾਂ ਨੇ ਕਰ ਲਈ ਸੀ, ਟ੍ਰੀਟੀ ਜੋ ਕਰ ਲਈ ਸੀ ਉਹਦੇ ਵਿੱਚ ਇਹਨੂੰ ਬਹੁਤ ਜ਼ਿਆਦਾ ਇੱਕ ਤਰ੍ਹਾਂ ਕਹਿ ਸਕਦੇ ਹਾਂ ਇਨਸਲਟ ਫੀਲ ਕਰਾਈ ਗਈ ਸੀ ਕਿਉਂਕਿ ਇੰਨੀ ਵੱਡੀ ਇਨਸਲਟ ਸੀ ਜਿਹੜੇ ਸਾਰੇ ਕੰਟਰੀ ਉਸ ਦੇ ਪਹਿਲਾਂ ਅੰਡਰ ਕੰਟਰੋਲ ਸੀ ਅੱਜ ਉਸ ਦੇ ਕੋਲ ਕੁਛ ਨਹੀਂ ਰਿਹਾ ਸੀ। ਈਵਨ ਉਸ ਦੇ ਆਪ ਦੇ ਕੰਟਰੀ ਦੇ ਵੀ ਬਹੁਤ ਸਾਰੇ ਇਲਾਕੇ ਜਿਹੜੇ ਐਲੀਡ ਪਾਵਰ ਦੇ ਕੋਲ ਚਲੇ ਗਏ ਸੀ। ਬਹੁਤ ਵੱਡੀ ਜਿਹੜੀ ਇਸ ਦੀ ਪਾਪੂਲੇਸ਼ਨ ਹੈ ਲੜਾਈ ਦੇ ਵਿੱਚ ਲੋਕ ਮਾਰੇ ਜਾ ਚੁੱਕੇ ਸੀ ਔਰ ਉੱਪਰੋਂ ਇਸ ਦਾ ਇੰਨਾ ਜ਼ਿਆਦਾ ਪੈਸਾ ਖਰਚ ਹੋ ਚੁੱਕਿਆ ਸੀ ਕਿਉਂਕਿ ਜਰਮਨੀ ਨੂੰ ਇਹ ਲੱਗਦਾ ਸੀ ਕਿ ਉਹ ਜ਼ਰੂਰ ਜਿੱਤੇਗਾ ਲੇਕਿਨ ਅਸਲ ਦੇ ਵਿੱਚ ਜਿਹੜੀ ਹੈ ਉਹ ਬਾਜ਼ੀ ਪੂਰੀ ਤਰ੍ਹਾਂ ਪਲਟ ਗਈ ਸੀ ਔਰ ਲਾਸਟ ਦੇ ਵਿੱਚ ਆ ਕੇ ਜਰਮਨੀ ਹਾਰ ਚੁੱਕਿਆ ਸੀ। ਤਾਂ ਇਸ ਨੂੰ ਬਹੁਤ ਜ਼ਿਆਦਾ ਡਿਸਗ੍ਰੇਸ ਕੀਤਾ ਗਿਆ ਬਰਸੇਲਸ ਦੀ ਸੰਧੀ ਦੇ ਵਿੱਚ। ਇੱਕ ਤਰ੍ਹਾਂ ਉਸ ਦੀ ਬਹੁਤ ਜ਼ਿਆਦਾ ਬੇਇੱਜ਼ਤੀ ਕੀਤੀ ਗਈ। ਠੀਕ ਹੈ। ਇੱਕ ਤਾਂ ਉਹ ਹਾਰ ਗਿਆ ਸੀ ਉੱਪਰੋਂ ਇਸ ਨੂੰ ਇੰਨਾ ਜ਼ਿਆਦਾ ਡਿਸਗ੍ਰੇਸ ਕਰ ਦਿੱਤਾ ਗਿਆ ਸੀ ਬਰਸੇਲਸ ਦੀ ਟ੍ਰੀਟੀ ਦੇ ਵਿੱਚ।
the effects of the war. We will discuss in the next video.